हाँ जी बच्चे ਆਪਾਂ ਅੱਜ ਕਰਨੇ ਦਾ क्वेश्चन नंबर एडजस्टमेंट वाला। सो एडजस्टमेंट ਦੇ ਲਈ ਮੈਂ क्वेश्चन देख रही ਹਾਂ ਤੁਹਾਡੇ। ਤਾਂ ਲੋਨ ਵਾਲਾ ਰਾਜੇ ਆਪਾਂ ਕੱਲ ਕਰ ਲਿਆ ਸੀਗਾ। ਲੋਨ ਵਾਲੇ ਦੇ ਵਿੱਚ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਚਾਹੀਦੀ। क्वेश्चन नंबर 51 है बेटा थोड़ी रेफरेंस बुक के ऊपर। क्वेश्चन नंबर 51 ਇਹਦੇ ਵਿੱਚ ਹੈਗੇ ਨੇ ABC ਪਾਰਟਨਰਸ ਇਨ ਅ ਫਰਮ ਸ਼ੇਅਰਿੰਗ ਪ੍ਰੋਫਿਟ ਐਂਡ ਲਾਸਸ ਇਨ ਦਾ ਰੇਸ਼ੋ 3:1। ਮੈਂ ਕੁਐਸਚਨ ਸ਼ੇਅਰ ਕਰਦੀ ਹਾਂ ਵਿੱਚ ਤੁਹਾਨੂੰ। पूरा एक लॉन्ग क्वेश्चन है बच्चे जिन्होंने अज आप सॉल्व करांगे क्लास दे विच। वन मिनट बेटा मैं शेयर कर दी तुहाडे नाल क्वेश्चन। कंप्लीट क्वेश्चन है जिहड़ा आपां हाँ जी बेटा अपने को लॉन्ग क्वेश्चन एक ते इहनूं अज आपां सॉल्व करांगे कि किस तरीके दे नाल जिहड़ी रिटायरमेंट ऑफ पार्टनर है उदों आपां लैके चलना है। हाँ जी अपने को ABC 3 पार्टनर्स ने ठीक है 3:1 रेशो है इन्हां दी ते बी रिटायर हो रहा बच्चे इहदे च आपां नूं एसेट साइड दे रखी है लाइबिलिटी दे रखी है ठीक है और लाइबिलिटी ਦੇ ਵਿੱਚ ਕ੍ਰੈਡੀਟਰ ਬਿਲਸ ਪੇਬਲ ਜਨਰਲ ਰਿਜ਼ਰਵ ਆਪਾਂ ਨੂੰ ਪਤਾ ਚੱਲ ਗਿਆ ਕਿ ਜਨਰਲ ਰਿਜ਼ਰਵ ਨੇ ਆ ਕੇ ਜਦੋਂ
ਤਾਂ ਜਨਰਲ ਰਿਜ਼ਰਵ ਡਿਸਟ੍ਰੀਬਿਊਟ ਹੋਣਗੇ ਪਾਰਟਨਰਸ ਦੇ ਵਿੱਚ। ਬਿਲਕੁਲ ਕਲੀਅਰ ਕੱਟ ਇਹ ਮਾਈਂਡ ਦੇ ਵਿੱਚ ਆਪਣੀ ਗੱਲ ਆਉਣੀ ਚਾਹੀਦੀ ਹੈ ਕੁਐਸਚਨ ਨੂੰ ਦੇਖਦੇ ਸਾਰ। ਠੀਕ ਹੈ ਜੀ। ਤੇ ਉਸ ਤੋਂ ਬਾਅਦ ਹੈਗਾ ਆਪਣੇ ਕੋਲੇ ਐਸਟ ਸਾਈਡ ਤੇ ਸਾਨੂੰ ਕੈਸ਼ ਇਨ ਹੈਂਡ ਦੇ ਰੱਖਿਆ, ਡੈਟਰਸ ਦਿੱਤੇ ਹੋਏ ਨੇ, ਸਟਾਕ, ਮਸ਼ੀਨਰੀ, ਫਰਨੀਚਰ ਤੇ ਗੁੱਡਵਿਲ। ਆਲਰੇਡੀ ਗੁੱਡਵਿਲ ਗਿਵਨ ਹੈਗੀ ਸਾਨੂੰ, ਤੇ ਇਹਦਾ ਵੀ ਟ੍ਰੀਟਮੈਂਟ ਹੈ ਜਿਹੜਾ ਉਹ ਕਰਨਾ ਹੈ ਆਪਾਂ ਨੇ। ਠੀਕ ਹੈ। ਸੋ ਸਾਡਾ ਕੁਐਸਚਨ ਥੋੜਾ ਜਿਹਾ ਲੈਂਥੀ ਹੈ, ਇਸ ਕਰਕੇ ਵਧੀਆ ਤਰੀਕੇ ਨਾਲ ਆਪਾਂ ਇਹਨੂੰ ਸੋਲਵ ਕਰਨ ਦੀ ਕੋਸ਼ਿਸ਼ ਕਰਾਂਗੇ। ਠੀਕ ਹੈ ਜੀ। ਸੋ ਫਸਟ ਜਿਹੜੀ ਹੈਗੀ ਹੈ ਆਪਣੀ ਐਡੀਸ਼ਨਲ ਇਨਫੋਰਮੇਸ਼ਨ ਜਾਂ ਐਡਜਸਟਮੈਂਟ ਆਪਾਂ ਕਹਿ ਸਕਦੇ ਹਾਂ ਦਿੱਤੀ ਹੋਈ ਹੈ ਸਾਨੂੰ ਕਿ ਪ੍ਰੋਵੀਜ਼ਨ ਫॉर ਡਾਊਟਫੁਲ ਡੈਟਸ ਰੇਜ਼ਡ ਬਾਈ 1000 ਦੇ ਸਾਡੇ ਪ੍ਰੋਵੀਜ਼ਨ ਫॉर ਡਾਊਟਫੁਲ ਡੈਟਸ ਇਨਕਰੀਜ਼ ਹੋ ਗਏ ਨੇ, ਸਟਾਕ ਰਿਡਿਊਸ ਹੋ ਗਿਆ, ਫਰਨੀਚਰ ਵੀ ਰਿਡਿਊਸ ਹੋਏ ਹੈ। ਆਊਟਸਟੈਂਡਿੰਗ ਕਲੇਮ of damage of 1100 and it is to be provided for। ਇੱਕ ਆਊਟਸਟੈਂਡਿੰਗ ਕਲੇਮ ਹੈ ਡੈਮੇਜ ਦਾ 1100 ਰੁਪਏ ਦਾ। ਕ੍ਰੈਡੀਟਰ ਨੇ ਜਿਹੜੇ ਰਿਟਰਨ ਬੈਕ ਹੋਏ ਨੇ 6000 ਦੇ, ਔਰ ਗੁੱਡਵਿਲ ਆਫ ਦਾ ਫਰਮ ਇਜ਼ ਵੈਲਿਊਡ ਐਟ 2200। ਠੀਕ ਹੈ ਜੀ। 2200 ਦੀ ਗੁੱਡਵਿਲ ਹੈ ਜਿਹੜੀ ਉਹ ਸਾਨੂੰ ਦਿੱਤੀ ਹੋਈ ਹੈ। ਤੇ ਸਾਨੂੰ ਅੱਗੇ ਕੀ ਕਿਹਾ ਕੁਐਸਚਨ ਦੇ ਵਿੱਚ ਇਹਨਾਂ ਨੇ, ਕਹਿੰਦੇ ਵੀ ਇਜ਼ ਇਨ ਫੁੱਲ, B is paid in full with the cash brought in by A and C in such a manner that their capital are in proportion to their profit sharing ratio and cash in hand remains 10,000। ਸੋ ਜਿਹੜਾ ਕੈਸ਼ ਹੈ ਐਟ ਦੀ ਐਂਡ ਉਹਨਾਂ ਕੋਲ 10,000 ਦਾ ਰਹਿ ਜਾਵੇ। ਠੀਕ ਹੈ। ਸਭ ਤੋਂ ਪਹਿਲਾਂ ਹੁਣ ਸਾਨੂੰ ਕਿਹਾ ਗਿਆ ਕਿ ਪ੍ਰੀਪੇਅਰ ਰੀਵੈਲਿਊਸ਼ਨ ਅਕਾਊਂਟ, ਪਾਰਟਨਰਸ ਕੈਪੀਟਲ ਅਕਾਊਂਟ, ਬੈਲੈਂਸ ਸ਼ੀਟ ਆਫ A and C। ਠੀਕ ਹੈ ਜੀ। ਸੋ ਪਹਿਲੀ ਜਿਹੜੀ ਚੀਜ਼ ਆਪਾਂ ਰੀਵੈਲਿਊਸ਼ਨ ਅਕਾਊਂਟ ਬਣਾਵਾਂਗੇ, ਰੀਵੈਲਿਊਸ਼ਨ ਦੇ ਵਿੱਚ ਡੈਬਿਟ ਤੇ ਆਪਾਂ ਦੋ ਸਾਈਡਾਂ ਹੁੰਦੀਆਂ ਨੇ, ਡੈਬਿਟ ਐਂਡ ਕ੍ਰੈਡਿਟ। ਸੋ ਡੈਬਿਟ ਸਾਈਡ ਸਭ ਤੋਂ ਪਹਿਲਾਂ ਕ੍ਰੈਡਿਟ ਸਾਈਡ ਦੇ ਲਈ ਆਈਟਮ ਦੇਖਾਂਗੇ ਆਪਾਂ ਕਿਹੜੀ ਆਏਗੀ। ਤਾਂ ਕ੍ਰੈਡਿਟ ਸਾਈਡ ਦੇ ਲਈ ਆਪਾਂ ਲਿਖਾਂਗੇ ਜੀ ਕ੍ਰੈਡੀਟਰ ਵਿਲ ਬੀ ਰਿਟਨ ਬੈਕ ਬਾਈ 6000। ਸੋ ਹੁਣ ਇੱਥੇ ਕ੍ਰੈਡੀਟਰ ਨੇ ਜਿਹੜੇ ਉਹ ਰਿਟਨ ਬੈਕ ਹੋਏ ਨੇ, ਇਹਦਾ ਮਤਲਬ ਕੀ ਹੈ ਕਿ ਸਾਡੇ ਕੋਲ ਜਿਹੜਾ 6000 ਦਾ ਸਾਨੂੰ ਫਾਇਦਾ ਹੋ ਗਿਆ। ਠੀਕ ਹੈ। ਉਹਨੂੰ ਆਪਾਂ ਕ੍ਰੈਡਿਟ ਸਾਈਡ ਸ਼ੋ ਕਰਾਂਗੇ। ਬਾਕੀ ਦੀਆਂ ਜੋ ਵੀ ਚੀਜ਼ਾਂ ਨੇ, ਪ੍ਰੋਵੀਜ਼ਨ ਫॉर ਡਾਊਟਫੁਲ ਡੈਟਸ ਆ ਗਈ ਸਾਡੇ ਕੋਲ 1000 ਦੀ, ਉਹ ਡੈਬਿਟ ਹੋ ਜਾਏਗੀ। ਸਟਾਕ ਘਟਿਆ 1800 ਨਾਲ, ਫਰਨੀਚਰ ਲੈਸ ਹੋਇਆ 1500 ਨਾਲ, ਤੇ ਆਊਟਸਟੈਂਡਿੰਗ ਕਲੇਮ ਫॉर ਡੈਮੇਜ ਤੇ 1100 ਰੁਪਏ ਦਾ ਜਿਹੜਾ ਕਲੇਮ ਹੈ ਉਹ ਦੇਣਾ ਪਿਆ, ਪੇਮੈਂਟ ਕਰਨੀ ਪਈ ਆਪਾਂ ਨੂੰ, ਕਲੇਮ ਸੀਗਾ ਕੋਈ। ਠੀਕ ਹੈ। ਸੋ ਇਹ ਆਪਣੇ ਸਾਰੇ ਐਕਸਪੈਂਸਿਸ ਨੇ। ਤਾਂ ਦੋਨੋਂ ਸਾਈਡਾਂ ਰੀਵੈਲਿਊਸ਼ਨ ਅਕਾਊਂਟ ਦੇ ਵਿੱਚ ਆਪਾਂ ਨੇ ਇਹ ਚੀਜ਼ਾਂ ਪਾਈਆਂ, ਤਾਂ ਸਾਨੂੰ ਐਂਡ ਤੇ 600 ਰੁਪੀਜ਼ ਦਾ ਪ੍ਰੋਫਿਟ ਆਇਆ। ਠੀਕ ਹੈ ਜੀ। ਜਿਹੜਾ 600 ਰੁਪੀਜ਼ ਦਾ ਪ੍ਰੋਫਿਟ ਸੀਗਾ ਉਹ ਤਿੰਨੋਂ ਪਾਰਟਨਰਸ ਦੇ ਵਿੱਚ ਆਪਾਂ ਡਿਵਾਈਡ ਕਰਤਾ 3:1 ਦੀ ਰੇਸ਼ੋ ਦੇ ਵਿੱਚ। ਠੀਕ ਹੈ। ਉਸ ਤੋਂ ਬਾਅਦ 300, 200 ਤੇ 100 ਦਾ ਆ ਜਾਏਗਾ। ਠੀਕ ਹੈ ਜੀ। ਉਸ ਤੋਂ ਬਾਅਦ ਬਣਾਵਾਂਗੇ ਆਪਾਂ ਪਾਰਟਨਰਸ ਦੇ ਕੈਪੀਟਲ ਅਕਾਊਂਟ। ਹੁਣ ਪਾਰਟਨਰਸ ਦਾ ਕੈਪੀਟਲ ਅਕਾਊਂਟ ਦੇ ਵਿੱਚ ਕੀ ਹੈ, ਸਭ ਤੋਂ ਪਹਿਲਾਂ ਪਾਰਟਨਰਸ ਨੂੰ ਆਪਾਂ ਦੇਵਾਂਗੇ ਇਹਨਾਂ ਦੀ ਕੈਪੀਟਲ ਬਾਈ ਬੈਲੈਂਸ ਬ੍ਰੌਟ ਡਾਊਨ। ਠੀਕ ਹੈ। ਕਿੰਨੀ ਗਿਵਨ ਹੈ ਸਾਨੂੰ 40, 40 ਐਂਡ 30। ਠੀਕ ਹੈ। ਉਸ ਤੋਂ ਬਾਅਦ ਇਹਨਾਂ ਦੇ ਅਕਾਊਂਟ 'ਚ ਐਡ ਕਰ ਦਾਂਗੇ ਜੀ ਆਪਾਂ ਜਿਹੜਾ ਰੀਵੈਲਿਊਸ਼ਨ ਦਾ ਪ੍ਰੋਫਿਟ ਹੈ 300, 200 ਐਂਡ 100। ਹਾਂਜੀ। ਹੁਣ ਜਿਹੜੀ ਆਪਣੀ ਫਰਮ ਦੀ ਗੁੱਡਵਿਲ ਹੈ ਉਹ ਹੈਗੀ ਹੈ 22,000। ਠੀਕ ਹੈ। ਤੇ ਹੁਣ ਆਪਾਂ ਗੁੱਡਵਿਲ ਦਾ ਸ਼ੇਅਰ ਵੀ ਦੇਣਾ ਹੈ। ਜਦੋਂ ਸਭ ਤੋਂ ਪਹਿਲਾਂ ਤਾਂ ਆਪਾਂ ਨੇ ਇਹ ਦੇਖਣਾ ਹੈ ਕਿ ਗੁੱਡਵਿਲ ਹੈ ਜਿਹੜੀ ਗੁੱਡਵਿਲ ਆਫ ਦਾ ਫਰਮ ਹੈ ਉਹਦੇ ਵਿੱਚ ਰਿਟਾਇਰਡ ਪਾਰਟਨਰ ਦਾ ਹਿੱਸਾ ਕਿੰਨਾ ਬਣਦਾ ਹੈ। ਤਾਂ ਰਿਟਾਇਰ ਪਾਰਟਨਰ ਦਾ ਹਿੱਸਾ 22,000 ਇੰਟੂ B ਦਾ ਸ਼ੇਅਰ ਕਿੰਨਾ ਹੈ ਜੀ 2/6 ਇੰਟੂ 2/6 ਕਰਾਂਗੇ ਆਪਾਂ ਤਾਂ 7,333 ਰੁਪੀਜ਼ ਦਾ B ਦਾ ਸ਼ੇਅਰ ਹੈ ਜਿਹੜਾ ਉਹ ਬਣੇਗਾ। ਠੀਕ ਹੈ ਜੀ। ਉਸ ਤੋਂ ਬਾਅਦ ਹੈਗਾ ਜਿਹੜਾ 7,333 ਰੁਪੀਜ਼ ਨੇ, ਇਹ ਦੋਨੋਂ ਪਾਰਟਨਰ ਮਿਲ ਕੇ ਦੇਣਗੇ। ਕੌਣ ਕੌਣ? A ਤੇ C। A ਤੇ C B ਨੂੰ ਪੇਮੈਂਟ ਕਰਨਗੇ ਇਸ ਪੈਸੇ ਦੀ। ਠੀਕ ਹੈ। ਕਿੰਨੇ ਦੇ ਨਾਲ? ਇਹ ਦੋਨੋਂ B ਦੇ ਅਕਾਊਂਟ 'ਚ ਕ੍ਰੈਡਿਟ ਹੋ ਜਾਏਗੀ ਅਮਾਊਂਟ 7,333 ਦੀ, ਤੇ ਦੋਨੋਂ ਪਾਰਟਨਰਸ ਦੇ ਅਕਾਊਂਟ 'ਚ ਕੀ ਹੋ ਜਾਏਗੀ? ਡੈਬਿਟ ਹੋ ਜਾਏਗੀ। ਠੀਕ ਹੈ ਜੀ। ਸੋ ਉਸ ਤੋਂ ਬਾਅਦ ਜਿਹੜਾ ਹੈਗਾ ਹੋਰ ਕੀ ਮਿਲੂਗਾ ਪਾਰਟਨਰਸ ਨੂੰ?
ਹੋਰ ਹੈਗਾ ਆਪਣੇ ਕੁਐਸਚਨ ਦੇ ਵਿੱਚ ਦੇਖੋ ਇੱਕ ਜਨਰਲ ਰਿਜ਼ਰਵ ਪਿਆ 12,000 ਰੁਪਏ ਦਾ, ਤਾਂ ਇਹ ਵੀ ਪਾਰਟਨਰਸ ਦੇ ਕੈਪੀਟਲ ਅਕਾਊਂਟ ਦੇ ਵਿੱਚ ਆਪਾਂ ਕ੍ਰੈਡਿਟ ਕਰ ਦਾਂਗੇ। ਠੀਕ ਹੈ ਜੀ। ਸੋ ਜਿਹੜੀ ਗੁੱਡਵਿਲ ਆਪਾਂ ਨੂੰ ਕੁਐਸਚਨ ਦੇ ਵਿੱਚ ਗਿਵਨ ਹੈ ਇਹ ਰਾਈਟ ਆਫ ਹੋਊਗੀ। ਠੀਕ ਹੈ, ਉਹ ਗੁੱਡਵਿਲ ਨੂੰ ਰਾਈਟ ਆਫ ਕਰ ਦਾਂਗੇ ਆਪਾਂ 10,000 ਨੂੰ। ਠੀਕ ਹੈ, ਤਿੰਨੇ ਪਾਰਟਨਰਸ ਦੇ ਵਿੱਚ। ਤਾਂ ਦੋਨੋਂ ਤਿੰਨਾਂ ਦਾ ਆਪਣੇ ਡੈਬਿਟ ਤੇ ਕ੍ਰੈਡਿਟ ਸਾਈਡ ਦਾ ਜਦੋਂ ਟੋਟਲ ਆਇਆ ਤਾਂ ਜਿਹੜਾ ਬੈਲੈਂਸ ਨਿਕਲ ਕੇ ਆਇਆ ਬੀ ਨੂੰ ਤਾਂ ਆਪਾਂ ਕੈਸ਼ ਪੇਮੈਂਟ ਕਰਨੀ ਹੈ, ਆਪਾਂ ਨੂੰ ਪਤਾ ਹੀ ਹੈ 48,200 ਰੁਪੀਜ਼ ਦੀ, ਤੇ ਬਾਕੀ ਪਾਰਟਨਰਸ ਨੇ ਜਿਹੜੇ ਉਹਨਾਂ ਦੀ ਅਮਾਊਂਟ ਹੈ ਵੀ ਜਿਹੜੀ ਆ ਚੁੱਕੀ ਹੈ ਆਪਣੇ ਕੋਲ। ਹੁਣ ਆਪਾਂ ਹਾਂਜੀ, ਹੁਣ ਆਪਣੇ ਜਿਹੜਾ ਹੈਗਾ ਆਪਾਂ ਨੇ ਫਰਮ ਦੀ ਇਹਨਾਂ ਦੀ ਜਿਹੜੀ ਕੈਪੀਟਲ ਹੈ ਪਾਰਟਨਰਸ ਦੀ, ਉਹਦਾ ਟਰੀਟਮੈਂਟ ਕਰਨਾ ਕਿੱਦਾਂ। ਇਹਨਾਂ ਨੇ ਕੀ ਕਿਹਾ ਸੀਗਾ ਕਿ ਬੀ ਇਜ਼ ਟੂ ਬੀ ਪੇਡ ਆ। ਹੁਣ ਆਪਾਂ ਕੀ ਕਰਾਂਗੇ, ਜਦੋਂ ਐਡਜਸਟਮੈਂਟ ਹੈ ਉਹ ਕਰਨੀ ਹੈ ਕੈਪੀਟਲ ਦੀ, ਕਿਸ ਤਰ੍ਹਾਂ ਕਰਾਂਗੇ, ਅਮਾਊਂਟ ਕਿੰਨੀ ਪੇ ਕਰਨੀ ਹੈ ਏ ਤੇ ਸੀ ਨੂੰ। ਏ ਤੇ ਸੀ ਨੂੰ ਜਿਹੜਾ ਕੈਸ਼ ਪੇ ਕੀਤਾ ਤੇ ਪਲੱਸ ਜਿਹੜਾ ਉਹਦਾ ਮਿਨੀਮਮ ਬੈਲੈਂਸ ਹੈ। ਹੁਣ ਏ ਤੇ ਸੀ ਬੀ ਨੂੰ ਜਿਹੜੀ ਪੇਮੈਂਟ ਕਰਨਗੇ ਉਹ ਹੈਗੀ ਹੈ ਟੋਟਲ ਬਣਦੀ ਹੈ ਜੀ ਉਹ ਆਪਣੇ ਕੋਲੇ 48,200 ਤੇ 10,000 ਮਿਨੀਮਮ ਪੇਮੈਂਟ ਕਰਨੀ ਹੈ। ਠੀਕ ਹੈ, ਠੀਕ ਹੈ, ਤੇ 48,200 ਤੇ 10,000 ਦੀ ਅਮਾਊਂਟ ਹੈ ਜਿਹੜੀ ਆਪਾਂ ਉਹਨੂੰ ਪੇ ਕਰਾਂਗੇ, ਤੇ 8,000 ਦਾ ਐਗਜ਼ਿਸਟਿੰਗ ਬੈਲੈਂਸ ਹੈ ਜਿਹੜਾ ਉਹਦਾ ਪੇ ਹੈ ਉਹ ਹੈਗਾ ਆਪਣੇ ਕੋਲੇ 48,000 ਦਾ। 18,000 ਦੀ ਅਮਾਊਂਟ ਹੈ ਜਿਹੜੀ ਇਹਦੀ ਕੈਸ਼ ਬੈਲੈਂਸ ਹੈ ਰਾਜੇ, ਉਹ ਲੈਸ ਹੋ ਜਾਏਗਾ। ਹਾਂਜੀ, ਕੈਸ਼ ਦੇ ਵਿੱਚੋਂ ਦੇਵਾਂਗੇ ਉਹਨੂੰ ਆਪਾਂ, ਉਹ ਪੇਮੈਂਟ ਹੈ 18,000 ਪੂਰਾ ਕੈਸ਼ ਉਹਦਾ ਲੈਸ ਹੋ ਗਿਆ, ਤੇ ਉਹਦੀ ਜਿਹੜੀ ਅਮਾਊਂਟ ਹੈ ਪਿੱਛੇ ਬਚੀ ਆ 40,200 ਦੀ। ਠੀਕ ਹੈ, ਤਾਂ ਉਸ ਤੋਂ ਬਾਅਦ ਕੀਤਾ ਫਿਰ ਆਪਾਂ ਦੇਖਾਂਗੇ ਕਰਕੇ ਕੰਬਾਈਨ ਕੈਪੀਟਲ ਕਿੰਨੀ ਬਣਦੀ ਹੈ ਦੋਨਾਂ ਪਾਰਟਨਰਸ ਦੀ। ਦੋ ਪਾਰਟਨਰਸ ਦੀ ਕੰਬਾਈਨ ਜਦੋਂ ਆਪਾਂ ਨੇ ਜੋੜੀ, ਜਿਹੜੀ ਬੈਲੈਂਸ ਕਰਕੇ ਨਿਕਲੀ ਸੀਗੀ ਆਪਣੀ 35,800 ਤੇ 28,600 ਬਣਦੀ ਹੈ। ਦੋਹਾਂ ਨੂੰ ਟੋਟਲ ਕੀਤਾ ਰਾਜੇ ਜਦੋਂ ਆਪਾਂ ਨੇ, ਤਾਂ ਦੋਹਾਂ ਦੀ ਟੋਟਲ ਕਰਕੇ ਅਮਾਊਂਟ ਬਣੀ 64,400। ਤਾਂ ਇਹਨਾਂ ਨੇ ਆਪਾਂ ਨੂੰ ਅੱਗੇ ਕਿਹਾ ਹੋਇਆ ਸੀਗਾ ਕਿ A and C in such a manner that their capital are in proportion to their profit sharing ratio. Cash in hand remains 10,000. Cash ਜਿਹੜਾ ਹੈਗਾ 10,000 ਹੀ ਬਚੇ ਐਂਡ ਤੇ ਆਪਣੇ ਕੋਲੇ। ਹੁਣ ਤਿੰਨੇ ਟੋਟਲ ਕੈਪੀਟਲ ਹੈ, ਤਿੰਨਾਂ ਦੀ ਆਪਾਂ ਟੋਟਲ ਕੈਪੀਟਲ ਨੂੰ ਇੱਥੇ ਲੈ ਕੇ ਚੱਲਾਂਗੇ, ਤੇ ਫਿਰ ਜਿਹੜਾ ਹੈਗਾ A ਤੇ C ਦਾ ਨਿਊ ਸ਼ੇਅਰ ਕੱਢਾਂਗੇ। ਨਿਊ ਸ਼ੇਅਰ ਦੇ ਅਕੋਰਡਿੰਗ ਪੇਮੈਂਟ ਦੇਖਾਂਗੇ ਕਿੰਨੀ ਬਣਦੀ ਹੈ। ਹੁਣ ਤਿੰਨਾਂ ਪਾਰਟਨਰ ਦੀ ਕੈਪੀਟਲ ਦਾ ਜਦੋਂ ਟੋਟਲ ਆਇਆ ਆਪਣੇ ਕੋਲ 1,04,600 ਰੁਪਏ ਦੀ ਕੈਪੀਟਲ ਬਣੀ, ਉਹਦੇ ਵਿੱਚੋਂ ਏ ਦਾ ਸ਼ੇਅਰ ਕੱਢ ਲਿਆ ਤੇ ਸੀ ਦਾ ਸ਼ੇਅਰ ਕੱਢ ਲਿਆ। ਹੁਣ ਜਦੋਂ ਏ ਤੇ ਸੀ ਦਾ ਸ਼ੇਅਰ ਆਪਾਂ ਕੱਢਾਂਗੇ ਤਾਂ ਜਿਹੜੀ ਹੁਣ ਪਹਿਲਾਂ ਵਾਲੀ ਕੈਪੀਟਲ ਹੈ, ਹੁਣ ਬੈਲੈਂਸ ਕੱਢ ਸਕਦੇ ਹਾਂ ਆਪਾਂ ਕਿੰਨਾ ਆਇਆ। ਹੁਣ ਬੈਲੈਂਸ ਦੇਖਾਂਗੇ ਜੀ, ਤਾਂ ਜਿਹੜਾ ਏ ਹੈ ਉਹਨੇ ਕੈਸ਼ ਲਿਆ 42,650 ਤੇ ਜਿਹੜਾ ਸੀ ਹੈ ਉਹਨੂੰ ਕੈਸ਼ ਹੈ ਜਿਹੜਾ ਉਹਨੇ ਪੇ ਕੀਤਾ ਕਿੰਨਾ 26,150 ਰੁਪਏ। ਠੀਕ ਹੈ ਜੀ। ਸੋ ਇਸ ਤਰੀਕੇ ਦੇ ਨਾਲ ਇਹ ਜਿਹੜੀ ਹੈਗੀ ਹੈ ਉਹਨਾਂ ਨੇ ਟੋਟਲ ਤਿੰਨਾਂ ਪਾਰਟਨਰਸ ਦੀ ਕੈਪੀਟਲ ਆਪਾਂ ਲਈ ਹੈ, ਤਿੰਨਾਂ ਨੂੰ ਐਡ ਕਰਕੇ ਫਿਰ ਏ ਤੇ ਸੀ ਦੀ ਨਵੀਂ ਕੈਪੀਟਲ ਹੈ ਜਿਹੜੀ ਉਹ ਫਾਈਂਡ ਆਊਟ ਕੀਤੀ ਹੈ। ਹਾਂਜੀ, ਹੁਣ ਆਪਾਂ ਨੂੰ ਚਾਹੀਦਾ ਕੈਸ਼ ਅਕਾਊਂਟ। ਜਿਹੜਾ ਕੈਸ਼ ਅਕਾਊਂਟ ਹੈਗਾ, ਕੈਸ਼ ਅਕਾਊਂਟ 'ਚ ਇਹਨਾਂ ਨੇ ਆਪਾਂ ਨੂੰ ਕਲੀਅਰਲੀ ਦੇ ਰੱਖਿਆ ਕੁਐਸਚਨ ਦੇ ਵਿੱਚ ਕਿ 10,000 ਦਾ ਬੈਲੈਂਸ ਹੈ ਜਿਹੜਾ ਉਹ ਬਚਣਾ ਚਾਹੀਦਾ। ਜਦੋਂ 10,000 ਦਾ ਬੈਲੈਂਸ ਬਚਣਾ ਚਾਹੀਦਾ ਹੈ ਤਾਂ ਆਪਾਂ ਕੀ ਕਰਾਂਗੇ ਜੀ, ਕੁਐਸਚਨ ਦੇ ਵਿੱਚੋਂ ਦੇਖੋ ਕੈਸ਼ ਇਨ ਹੈਂਡ 18,000 ਦਾ, ਉਹ ਡੈਬਿਟ ਸਾਈਡ ਲੈ ਲਈ। ਜਿਹੜੇ ਏ ਨੂੰ ਪੇ ਕੀਤੀ ਹੈ ਜਿੰਨੀ ਅਮਾਊਂਟ ਆਪਾਂ ਨੇ ਉਹ ਡੈਬਿਟ ਹੋ ਗਈ। ਠੀਕ ਹੈ, ਜਿਹੜੀ ਸੀ ਪੇ ਕਰੂਗਾ, ਠੀਕ ਹੈ, ਬੀ ਤੇ ਸੀ ਨੂੰ ਪੇ ਕੀਤੀ ਹੈ
B ਤੇ C ਨੂੰ ਪੇ ਕਰਨ ਤੋਂ ਬਾਅਦ ਜਿਹੜੀ ਬਚੀ ਆ ਉਹ ਆ ਗਈ ਆਪਣੇ ਕੋਲ 10,000 ਦੀ ਅਮਾਊਂਟ। ਠੀਕ ਹੈ ਜੀ। ਸੋ ਇਸ ਤਰੀਕੇ ਦੇ ਨਾਲ ਇੱਕ ਪੂਰਾ ਲੈਂਥੀ ਕੁਐਸਚਨ ਇਹ ਪ੍ਰੋਸੈਸ ਹੈ ਇਹਦਾ। ਕੀ ਲੈਣਾ? ਠੀਕ ਹੈ ਜੀ। ਔਰ ਜਿਹੜਾ ਹੈਗਾ ਸਾਡੇ ਕੋਲ ਫਿਰ ਕੈਸ਼ ਜਿਹੜਾ ਬਚ ਰਿਹਾ ਉਹ 10,000 ਦਾ ਐਟ ਦਾ ਐਂਡ। ਠੀਕ ਹੈ। ਸੋ ਇਹ ਜਿਹੜਾ 10,000 ਹੈ ਇਹਨੂੰ ਆਪਾਂ ਐਸਰ ਸਾਈਡ ਸ਼ੋ ਕਰਾਂਗੇ ਕੈਸ਼ ਇਨ ਹੈਂਡ 10,000 ਦੇ ਰੂਪ ਦੇ ਵਿੱਚ। ਤੇ ਡੈਟਰ ਵਗੈਰਾ ਨੇ ਜਿਹੜੇ ਜਿੰਨੇ ਆਪਾਂ ਦੇਖੇ ਨੇ ਹੁਣ ਵੱਧ ਰਹੇ, ਜਿੰਨੇ ਘਟੇ ਸੀਗੇ ਉਹਨੇ ਲੈਸ ਕਰਕੇ ਪਾਵਾਂਗੇ। ਸਟਾਕ 20 ਘਟ ਗਿਆ ਉਹਨੂੰ ਵੀ ਲੈਸ ਕਰਕੇ ਪਾਉਣਾ। ਫਰਨੀਚਰ 28,500 ਦਾ ਤੇ ਮਸ਼ੀਨਰੀ ਹੈਗੀ ਹੈ 70,000 ਦੀ ਰਹਿ ਜਾਏਗੀ। ਤੇ ਲਾਇਬਿਲਿਟੀ ਸਾਈਡ ਆਪਾਂ ਸ਼ੋ ਕਰਾਂਗੇ ਜੀ ਕ੍ਰੈਡੀਟਰ ਨੇ ਜਿਹੜੇ ਉਹ ਕਿੰਨੇ ਦੇ ਨੇ ਜੀ ਆਪਣੇ 24,000 ਦੇ ਨੇਗੇ ਰਹਿ ਗਏ, ਕਿਉਂਕਿ 30,000 ਦੇ ਸੀ ਪਹਿਲਾਂ 6,000 ਆਪਾਂ ਦੇਖ ਲਿਆ ਕਿ ਰਾਈਟ ਆਫ ਹੋ ਗਏ। ਬਿਲਸ ਪੇਬਲ ਨੇ। ਉਸ ਤੋਂ ਬਾਅਦ ਆਊਟਸਟੈਂਡਿੰਗ ਕਲੇਮ। ਹੁਣ ਜਿਹੜਾ ਆਊਟਸਟੈਂਡਿੰਗ ਕਲੇਮ ਹੈ ਉਹ ਸਾਨੂੰ ਐਡੀਸ਼ਨਲ ਇਨਫੋਰਮੇਸ਼ਨ ਚ ਗਿਵਨ ਸੀਗਾ, ਇਸ ਕਰਕੇ ਉਹਦਾ ਦੋ ਜਗ੍ਹਾ ਟ੍ਰੀਟਮੈਂਟ ਹੋਇਆ। ਫਸਟਲੀ ਆਪਾਂ ਉਹਦਾ ਟ੍ਰੀਟਮੈਂਟ ਕੀਤਾ ਹੈ ਪ੍ਰੋਫਿਟ ਐਂਡ ਲਾਸ ਆਪਣਾ ਰੀਵੈਲੂਏਸ਼ਨ ਅਕਾਊਂਟ ਚ, ਸੈਕੰਡਲੀ ਉਹਨੂੰ ਸ਼ੋ ਕੀਤਾ ਆਪਾਂ ਨੇ ਇਹਦੀ ਡੈਬਿਟ ਸਾਈਡ ਤੇ। ਠੀਕ ਹੈ। ਬੈਲੈਂਸ ਸ਼ੀਟ ਸੌਰੀ ਲਾਇਬਿਲਿਟੀ ਸਾਈਡ ਤੇ ਬੈਲੈਂਸ ਸ਼ੀਟ ਦੇ ਵਿੱਚ। ਠੀਕ ਹੈ ਜੀ। ਸੋ ਇਸ ਤਰੀਕੇ ਦੇ ਨਾਲ ਇਹ ਸਾਡਾ ਫੁੱਲ ਫਲੈਜਡ ਕੁਐਸਚਨ ਹੈ ਜਿਹੜਾ ਬਣ ਗਿਆ। ਦੋਨੋਂ ਸਾਈਡਾਂ ਦਾ ਟੋਟਲ ਕੀਤਾ ਤਾਂ 1,45,700 ਰੁਪਏ ਦੀ ਜਿਹੜੀ ਬੈਲੈਂਸ ਸ਼ੀਟ ਆ ਉਹ ਬਚਣੀ ਆਉਣੀ ਚਾਹੀਦੀ ਹੈ ਸਾਡੇ ਕੋਲ। ਠੀਕ ਹੈ ਜੀ। ਸੋ ਇਦਾਂ ਦੇ ਜਿਹੜੇ ਕੁਐਸਚਨ ਨੇ ਇਹਨਾਂ ਦੇ ਵਿੱਚ ਇਹ ਕਰਨੇ ਪੈਣਗੇ। ਠੀਕ ਹੈ। ਲੌਂਗ ਕੁਐਸਚਨ ਹੁਣ ਇਸ ਵਾਰੀ ਤੁਹਾਡਾ ਸਬਜੈਕਟਿਵ ਪੇਪਰ ਹੋਣਾ ਤਾਂ ਬੈਟਰ ਹੈ ਕਿ ਤੁਸੀਂ ਹਰ ਇੱਕ ਚੀਜ਼ ਧਿਆਨ ਦੇ ਨਾਲ ਸਮਝੋ ਤੇ ਫਿਰ ਹੀ ਉਹਨੂੰ ਅੱਗੇ ਕਰੋ। ਠੀਕ ਹੈ। ਤੇ ਪ੍ਰਪੋਰਸ਼ਨੇਟ ਕੈਪੀਟਲ ਕਿੱਦਾਂ ਹੁੰਦੀ ਹੈ, ਕਿਹੜੀ ਕੈਪੀਟਲ ਕਿੱਦਾਂ ਹੁੰਦੀ ਹੈ, ਇਦਾਂ ਦੇ ਕੁਐਸਚਨਸ ਖੁਦ ਸੋਲਵ ਕਰਕੇ ਦੇਖੋਗੇ ਬੱਚੇ ਤਾਂ ਤੁਹਾਨੂੰ ਪਤਾ ਲੱਗੂਗਾ ਕਿ ਸਾਨੂੰ ਆਉਂਦੇ ਨੇ ਜਾਂ ਨਹੀਂ। ਨਹੀਂ ਤਾਂ ਫਿਰ ਏਦਾਂ ਹੀ ਲੱਗਦਾ ਕਿ ਹਾਂ ਆਉਂਦੇ ਨੇ ਸੁਣ ਕੇ। ਸੋ ਜਿੰਨੀ ਵੀ ਇਹਨਾਂ ਨੇ ਕੈਸ਼ ਵੈਲਿਊ ਕੁਐਸਚਨ ਦੇ ਵਿੱਚ ਕਹੀ ਹੈ ਬੇਟਾ ਉਨੀ ਮੇਨਟੇਨ ਕਰਕੇ ਰੱਖਣੀ ਪਊਗੀ ਸਾਨੂੰ ਕੈਸ਼ ਅਕਾਊਂਟ ਬਣਾ ਕੇ। ਕੈਸ਼ ਅਕਾਊਂਟ ਆਪਾਂ ਕਿਉਂ ਬਣਾਉਣੇ ਹੁੰਦੇ ਆ ਕਿ ਜਿਹਨੂੰ ਜਿੰਨੀ ਪੇਮੈਂਟ ਕਰਨੀ ਹੈ ਕਰਨ ਤੋਂ ਬਾਅਦ ਤੇ ਜੀ ਤੋਂ ਪੈਸੇ ਲੈਣੇ ਨੇ, ਕੈਪੀਟਲ ਐਡਜਸਟ ਕਰਕੇ ਜਿਹਨੂੰ ਪੇਮੈਂਟ ਕਰਨੀ ਹੈ ਤੇ ਪੈਸੇ ਜੀ ਤੋਂ ਲੈਣੇ ਨੇ, ਉਹ ਕਰਨ ਤੋਂ ਬਾਅਦ ਜਿਹੜਾ ਸਾਡੇ ਕੋਲ ਕੈਸ਼ ਹੈ ਉਹਨਾਂ ਕੁਐਸਚਨ ਦੇ ਅਕੋਰਡਿੰਗ ਬਚਣਾ ਚਾਹੀਦਾ ਹੈ। ਠੀਕ ਹੈ। ਤਾਂ ਕਰਕੇ ਆਪਣਾ ਜਿਹੜਾ ਸੀਗਾ ਫਿਰ 10,000 ਦਾ ਜਿਹੜਾ ਸੀ ਇਹ ਅਮਾਊਂਟ ਆਪਣੇ ਕੋਲ ਬਚੀ ਹੈ। ਸੋ ਬੇਟਾ ਇਹਦੇ ਨਾਲ ਦੇ ਜਿਹੜੇ ਅੱਗੇ ਕੁਐਸਚਨਸ ਨੇ ਤੁਸੀਂ ਸੋਲਵ ਕਰਕੇ ਦੇਖ ਲਿਓ। ਮੈਂ 51 ਕੁਐਸਚਨ ਕਰਵਾਇਆ ਅੱਜ। ਇਸ ਤੋਂ ਬਾਅਦ 52 ਤੋਂ ਲੈ ਕੇ ਤੁਸੀਂ 54 ਤੱਕ ਕੁਐਸਚਨ ਨੇ। ਇਸ ਤੋਂ ਬਾਅਦ ਆਪਣਾ ਚੈਪਟਰ ਹੈਗਾ ਡੈਥ ਆਫ ਪਾਰਟਨਰ ਦਾ। ਠੀਕ ਹੈ। ਡੈਥ ਆਫ ਪਾਰਟਨਰ ਵੀ ਕੁਛ ਹੱਦ ਤੱਕ ਸੇਮ ਹੈ, ਇਹਦੀ ਵੀ ਜਾ ਕੇ ਆਪਾਂ ਐਡਜਸਟਮੈਂਟ ਵਾਲਾ ਟੌਪਿਕ ਹੈ ਜਿਹੜਾ ਉਹ ਸ਼ੁਰੂ ਕਰਨਾ ਔਰ ਜਿਹੜਾ ਸਾਡਾ ਐਡਜਸਟਮੈਂਟ ਆਫ ਕੈਪੀਟਲ ਤੇ ਐਗਜ਼ੀਕਿਊਟਰ ਅਕਾਊਂਟ ਬਣਦਾ ਹੁੰਦਾ ਇੱਕ, ਉਹ ਵੀ ਆਪਾਂ ਬਣਾਵਾਂਗੇ ਇਹਦੇ ਵਿੱਚ। ਕੱਲ ਦੀ ਕਲਾਸ ਦੇ ਵਿੱਚ ਇੱਕ ਕੁਐਸਚਨ ਮੈਂ ਹੋਰ ਕਰਵਾਉਣਾ ਰਾਜੇ ਤੁਹਾਨੂੰ ਇਹਦਾ ਰਿਟਾਇਰਮੈਂਟ ਦਾ। ਤੇ ਇਸ ਤੋਂ ਬਾਅਦ ਆਪਾਂ ਕਰਾਂਗੇ ਫਿਰ ਡੈਥ ਵਾਲਾ ਟੌਪਿਕ। ਇੱਕ ਦੋ ਦਿਨ ਡੈਥ ਵਾਲੇ ਟੌਪਿਕ ਤੇ ਲਾ ਕੇ ਫਿਰ ਆਪਣਾ ਹੈਗਾ ਜਿਹੜਾ ਬਾਕੀ ਦੀ ਬੁੱਕ ਰਹਿੰਦੀ ਹੈ ਸੈਕਿੰਡ ਪਾਰਟ ਉਹਨੂੰ ਸ਼ੁਰੂ ਕਰਾਂਗੇ ਆਪਾਂ। ਠੀਕ ਹੈ। 2 ਚੈਪਟਰ ਰਹਿ ਜਾਣਗੇ ਆਪਾਂ ਡਿਵੈਂਚਰ ਵਾਲੇ ਚੈਪਟਰ ਇੱਕ ਤੇ ਇੱਕ ਆਪਣਾ ਕੈਸ਼ ਫਲੋ। ਠੀਕ ਹੈ। ਇਸ ਤੋਂ ਬਾਅਦ 2 ਚੈਪਟਰ ਬਚ ਜਾਣਗੇ ਆਪਣੇ। ਸੋ ਬੇਟਾ ਪ੍ਰੈਕਟਿਸ ਕੀਤੇ ਬਿਨਾਂ ਕੁਐਸਚਨ ਨਹੀਂ ਹੋਣੇ, ਖੁਦ ਸੋਲਵ ਕਰਕੇ ਦੇਖੋ। ਜਿੱਥੇ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਤੁਸੀਂ ਮੇਰੇ ਨਾਲ ਡਿਸਕਸ ਕਰ ਸਕਦੇ ਹੋ। ਠੀਕ ਹੈ। ਤੇ ਬੇਟਾ ਆਪਣੇ ਨਾਲ ਦੇ ਸਟੂਡੈਂਟਸ ਨੂੰ ਕਿਹਾ ਕਰੋ ਵੀ ਆਨਲਾਈਨ ਕਲਾਸਾਂ ਲਾਇਆ ਕਰਨ, ਕਿਉਂਕਿ ਦੇਖੋ ਜੇ ਤੁਸੀਂ ਫੀਸਾਂ ਭਰੀਆਂ ਨੇ, ਅਗਰ ਤੁਸੀਂ ਆਨਲਾਈਨ ਕਲਾਸ ਲਾਓਗੇ ਤਾਂ ਕੁਛ ਨਾ ਕੁਛ ਸਿੱਖਣ ਨੂੰ ਹੀ ਮਿਲਦਾ ਨਾ। ਤੇ ਬੱਚੇ ਇੱਕ ਚੀਜ਼ ਹੋਰ ਹੈ, ਆਪਾਂ ਅੱਜ ਗਰੁੱਪ ਦੇ ਵਿੱਚ ਪਿਕਸ ਸ਼ੇਅਰ ਕਰਨੀਆਂ ਨੇ ਤੇ ਉਹ ਪਿਕਸ ਦੇ ਤੁਸੀਂ ਸਟੇਟਸ ਵੀ ਪਾਉਣਾ ਹੈ ਤੇ ਆਪਣੀ ਡੀਪੀ ਵੀ ਲਾਉਣੀ ਹੈ ਤਾਂ ਕਿ ਸਕੂਲ ਓਪਨ ਹੋ ਸਕਣ। ਠੀਕ ਹੈ। ਗਵਰਨਮੈਂਟ ਨੂੰ ਪਤਾ ਲੱਗ ਸਕੇ ਕਿ ਲੋਕਾਂ ਨੂੰ ਕਿੰਨੀ ਪ੍ਰੋਬਲਮ ਆ ਰਹੀ ਹੈ। ਠੀਕ ਹੈ। ਸਟੂਡੈਂਟਸ ਨੂੰ ਕਿੰਨੀ ਪ੍ਰੋਬਲਮ ਆ ਰਹੀ ਹੈ ਘਰੇ ਰਹਿ ਕੇ, ਤੇ ਆਪਾਂ ਸਕੂਲ ਓਪਨ ਕਰਨੇ ਨੇ ਹਰ ਹਾਲਤ ਦੇ ਵਿੱਚ। ਠੀਕ ਹੈ। ਸੋ ਗਵਰਨਮੈਂਟ ਤੱਕ ਆਪਣਾ ਇਹ ਮੈਸੇਜ ਹੈ ਜਿਹੜਾ ਪਹੁੰਚਾਉਣਾ ਹੈ। ਤੇ ਆਪਣੇ ਨਾਲ ਦੇ ਸਾਰੇ ਫਰੈਂਡ ਸਰਕਲ ਨੂੰ ਵੀ ਕਹਿਣਾ ਕਿ ਗਰੁੱਪ ਦੇ ਵਿੱਚ ਫੋਟੋ ਆਉਣਗੀਆਂ ਤੁਸੀਂ ਉਹ ਸੇਵ ਕਰਨੀਆਂ ਨੇ
ਤੇ ਜੇ ਫੇਸਬੁੱਕ ਜਾਂ ਇੰਸਟਾਗ੍ਰਾਮ ਜੋ ਵੀ ਤੁਸੀਂ ਚਲਾਉਂਦੇ ਹੋ ਜਾਂ ਵਟਸਐਪ ਸਾਰਿਆਂ ਤੇ ਉਹਦੇ ਸਟੇਟਸ ਪਾਉਣੇ ਨੇ ਤੇ ਡੀਪੀ ਲਾਉਣੀ ਹੈ। ਠੀਕ ਹੈ ਬੇਟਾ, ਤਾਂ ਹੀ ਸਕੂਲ ਓਪਨ ਕਰਨ ਦੇ ਵਿੱਚ ਹੈਲਪ ਹੋਊਗੀ, ਨਹੀਂ ਤਾਂ ਫਿਰ ਗਵਰਨਮੈਂਟ ਨੂੰ ਲੱਗਣਾ ਕਿ ਲੋਕਾਂ ਨੂੰ ਜਦ ਕੋਈ ਪ੍ਰੋਬਲਮ ਨਹੀਂ ਤਾਂ ਫਿਰ ਕੀ ਚੱਕਰ ਹੈ। ਠੀਕ ਹੈ ਬੇਟਾ, ਸੋ ਇਹ ਕੁਐਸਚਨ ਖੁਦ ਸੋਲਵ ਕਰਕੇ ਦੇਖਿਓ, ਜੇ ਕਿਤੇ ਕੋਈ ਪ੍ਰੋਬਲਮ ਆਉਂਦੀ ਹੈ ਫਿਰ ਮੈਂ ਤੁਹਾਨੂੰ ਹੈਲਪ ਕਰ ਦਾਂਗੀ। ਠੀਕ ਹੈ ਜੀ। ਥੈਂਕ ਯੂ ਮੈਮ। मैं थोड़े को मैं गुरु से लिख दूंगी।